ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਨ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ। ਸ੍ਰੀ ਗੁਰੂ ਅਮਰਦਾਸ ਕੇ ਭਰਾਤਾ, ਆਇਓ ਰਾਮਾ ਤਾਂ ਜਮਾਤਾ। ਜਿਤਕ ਭਤੀਜੇ ਸੋ ਸਭ ਆਏ, ਗੋਬਿੰਦ ਵਾਲ ਬਸੇ ਘਰ ਪਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਮਰਦਾਸ ਕੇ ਭਰਾਤਾ, ਆਇਓ ਰਾਮਾ ਤਾਂ ਜਮਾਤਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਬਿੰਦਵਾਲ ਨਗਰ ਦੇ ਵਿੱਚ ਘਰ ਬਣਾਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਆਪਣਾ ਸਾਰਾ ਪਰਿਵਾਰ ਲੈ ਕੇ ਹੁਣ ਤੁਸੀਂ ਗੋਬਿੰਦਵਾਲ ਸਾਹਿਬ ਆ ਕੇ ਵਸਣਾ ਵੀ ਹੈ। ਧੰਨ ਬਾਬਾ ਅਮਰਦਾਸ ਜੀ ਆਪਣੇ ਪਿੰਡ ਘਰ ਦੇ ਵਿੱਚ ਗਏ ਨੇ, ਉੱਥੇ ਸਾਰੇ ਨੂੰ ਨਾਲ ਲੈ ਕੇ ਗੋਬਿੰਦਵਾਲ ਸਾਹਿਬ ਆਏ ਨੇ। ਇੱਥੇ ਕਵੀ ਰਾਜ ਲਿਖਦੇ ਨੇ ਕਿ ਸ੍ਰੀ ਗੁਰੂ ਅਮਰਦਾਸ ਕੇ ਭਰਾਤਾ, ਆਇਓ ਰਾਮਾ ਤਾਂ ਜਮਾਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ, ਉਹਨਾਂ ਦੇ ਨਾਲ ਉਹਨਾਂ ਦੇ ਭਰਾ, ਉਹਨਾਂ ਦੇ ਜਵਾਈ ਭਾਈ ਰਾਮਾ ਜੀ, ਉਹ ਵੀ ਗੋਬਿੰਦਵਾਲ ਸਾਹਿਬ ਆਏ ਨੇ। ਜਿਤਕ ਭਤੀਜੇ ਸੋ ਸਭ ਆਏ, ਗੋਬਿੰਦਵਾਲ ਬਸੇ ਘਰ ਪਾਏ। ਹੋਰ ਜਿੰਨੇ ਵੀ ਭਰਾ ਭਤੀਜੇ ਸਨ ਉਹ ਵੀ ਆਏ, ਭਤੀਜਿਆਂ ਦੇ ਅੱਗੇ ਪਰਿਵਾਰ ਵੀ ਆਏ। ਗੋਬਿੰਦਵਾਲ ਸਾਹਿਬ ਦੇ ਵਿੱਚ ਘਰ ਬਣਾ ਕੇ ਸਭ ਨੇ ਇੱਥੇ ਆਪਣਾ ਵਾਸਾ ਕੀਤਾ। ਇਤਿਆਦਿਕ ਸਣ ਬੰਦੇ ਸਾਰੇ, ਆਏ ਬਸੇ ਗੁਰ ਨਿਕਟ ਸੁਖਾਰੇ। ਇਤਿਆਦਿਕ ਇਸ ਤਰ੍ਹਾਂ ਸਾਰੇ ਸੰਬੰਧੀ ਧੰਨ ਬਾਬਾ ਅਮਰਦਾਸ ਜੀ ਦੇ ਉਹ ਗੋਬਿੰਦਵਾਲ ਸਾਹਿਬ ਆ ਕੇ ਉਹਨਾਂ ਨੇ ਸੁੱਖ ਦੇ ਨਾਲ ਆਪੋ ਆਪਣੀ ਮਰਜ਼ੀ ਮੁਤਾਬਕ ਘਰ ਜਿਹੜੇ ਲਏ ਬਣਵਾਏ। ਪ੍ਰਾਪਤ ਸਰਬੋਤਮ ਵਡਿਆਈ, ਮਾਨੇ ਮਾਨਵ ਬਹੁ ਸੁਖ ਪਾਈ। ਤੇ ਪਿੰਡ ਬਾਸਰ ਕੇ ਉੱਥੋਂ ਦੇ ਸਰੀਕੇ ਵਿੱਚੋਂ ਕੁਝ ਲੋਕ ਹੋਰ ਵੀ ਆ ਕੇ ਵਾਸਾ ਕੀਤਾ। ਸਾਰੇ ਲੋਕ ਇਹ ਮੰਨਦੇ ਸਨ ਕਿ ਧੰਨ ਬਾਬਾ ਅਮਰਦਾਸ ਜੀ ਨੇ ਗੁਰੂ ਘਰ ਦੇ ਵਿੱਚੋਂ ਬੜੀ ਵੱਡੀ ਵਡਿਆਈ ਪ੍ਰਾਪਤ ਕੀਤੀ ਹੈ। ਸਭ ਲਾਇਕ ਸਣ ਬੰਦੇ ਜਾਨ, ਆਏ ਸਮੀਪ ਬਸੇ ਗੁਰ ਥਾਨ। ਤੇ ਧੰਨ ਬਾਬਾ ਅਮਰਦਾਸ ਜੀ ਨੂੰ ਇਸ ਵੱਡੇ ਵਡਿਆਈ ਦੇ ਲਾਇਕ ਜਾਣ ਕੇ ਜਿਹੜੇ ਸੰਬੰਧੀ ਨੇ, ਸਾਕ ਸੰਬੰਧੀ ਨੇ, ਉਹ ਸਤਿਗੁਰੂ ਦੇ ਨੇੜੇ ਆ ਕੇ ਤੇ ਗੋਬਿੰਦਵਾਲ ਸਾਹਿਬ ਵਸ ਗਏ। ਸਤਿਗੁਰ ਕੇ ਕਾਰ ਧੀਰਜ ਸਭੈ, ਨਿਕਟ ਬਸਾਵਣ ਕੀਨੇ ਤਬੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ, ਆਪਣੇ ਪਾਸ ਬਿਠਾਇਆ, ਗੋਬਿੰਦਵਾਲ ਸਾਹਿਬ ਦੇ ਵਿੱਚ ਆ ਕੇ ਵਸਾਇਆ ਹੈ। ਦੋਹਰਾ
ਇੱਕ ਦਿਨ ਸ੍ਰੀ ਅੰਗਦ ਗੁਰੂ ਦੇਖਣ ਗੋਬਿੰਦਵਾਲ, ਭਏ ਤਿਆਰ ਚਲਬੇ ਤਹਾਂ, ਹਿਰਦਾ ਵਿਸਾਲ ਕਿਰਪਾਲ। ਕਵੀ ਰਾਜ ਇੱਥੇ ਅਗਲੇ 20ਵਾਂ ਅਧਿਆਏ ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਗੋਬਿੰਦਵਾਲ ਸਾਹਿਬ ਨਗਰ ਵਸ ਗਿਆ। ਇੱਕ ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਇਸ ਨਗਰ ਨੂੰ, ਗੋਬਿੰਦਵਾਲ ਸਾਹਿਬ ਨੂੰ ਵੇਖਣ ਵਾਸਤੇ ਤਿਆਰ ਹੋਏ ਨੇ। ਔਰ ਜਿਨ੍ਹਾਂ ਦਾ ਹਿਰਦਾ ਬੜਾ ਕਿਰਪਾਲੂ ਹੈ, ਉਹ ਧੰਨ ਗੁਰੂ ਅੰਗਦ ਦੇਵ ਜੀ ਜਦੋਂ ਤਿਆਰ ਹੋਏ ਨੇ, ਸਣੇ ਸਣੇ ਪੱਗ ਸੋ ਮਗ ਚੱਲੇ, ਪ੍ਰੇਮ ਡੋਰ ਮਹਿ ਫਸ ਕਰ ਭਲੇ। ਕਹਿੰਦੇ ਪ੍ਰੇਮ ਦੇ ਡੋਰ ਦੇ ਵਿੱਚ ਬੰਨ੍ਹੇ ਹੋਏ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਹੌਲੀ ਹੌਲੀ ਚੱਲਦੇ ਸਾਰਾ ਰਾਹ ਜਿਹੜਾ ਪਿੰਡ ਤੈਅ ਕਰ ਗਏ। ਨਿਸ ਦਿਨ ਸਤਿਗੁਰੇ ਅਮਰ ਆਰਾਧੇ, ਆਏ ਇਹਾਂ ਪਿਖ ਅਗਮ ਅਗਾਧੇ। ਕਿਉਂਕਿ ਧੰਨ ਬਾਬਾ ਅਮਰਦਾਸ ਜੀ ਦਿਨ ਰਾਤ ਸਿਮਰਨ ਕਰਦੇ ਸਨ। ਹਰ ਵੇਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਚੇਤੇ ਕਰਦੇ ਸਨ, ਗੁਰੂ ਸਾਹਿਬ ਜੀ ਇੱਥੇ ਆਉਣ, ਇੱਥੇ ਆ ਕੇ ਦਰਸ਼ਨ ਕਰੀਏ ਉਹਨਾਂ ਦੇ। ਬੈਠੇ ਧਿਆਨ ਲਾਏ ਕਰ ਐਸੇ, ਰਹੇ ਗਇਓ ਨਹਿ ਗੁਰ ਤੇ ਕੈਸੇ। ਬਸ ਕਹਿੰਦੇ ਬਾਬਾ ਅਮਰਦਾਸ ਜੀ ਨੇ ਧਿਆਨ ਹੀ ਐਸਾ ਲਾਇਆ, ਸਿਮਰਨ ਹੀ ਐਸਾ ਕੀਤਾ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਗੁਰੂ ਅੰਗਦ ਦੇਵ ਜੀ ਉਹਨਾਂ ਤੋਂ ਫਿਰ ਰੁਕਿਆ ਨਹੀਂ ਗਿਆ। ਖਡੂਰ ਸਾਹਿਬ ਤੋਂ ਚੱਲ ਕੇ ਗੋਬਿੰਦਵਾਲ ਸਾਹਿਬ ਆਏ ਨੇ। ਖਿੱਚੇ ਪ੍ਰੇਮ ਤੇ ਮਾਰਗ ਚੱਲੇ, ਬੰਦੇ ਚਰਨ ਜੋ ਬਾਹਰ ਮਿਲੇ। ਪ੍ਰੇਮ ਦੇ ਖਿੱਚ ਐਸੀ ਪਈ ਕਿ ਧੰਨ ਗੁਰੂ ਅੰਗਦ ਦੇਵ ਜੀ ਰਸਤੇ ਤੇ ਜਾ ਰਹੇ ਨੇ, ਔਰ ਰਾਹ ਦੇ ਵਿੱਚ ਜਿੰਨੇ ਵੀ ਮਿਲੇ ਸਭ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਕਿਨਹੁ ਕੇਨ ਸੁਧ ਸ੍ਰੀ ਗੁਰੇ ਆਏ, ਸੁਣ ਸ੍ਰੀ ਅਮਰਦਾਸ ਹਰਿ ਖਾਏ। ਕਿਸੇ ਸੇਵਕ ਨੇ ਜਾ ਕੇ ਦੱਸਿਆ ਕਿ ਬਾਬਾ ਅਮਰਦਾਸ ਜੀ, ਬਾਬਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਏ ਨੇ। ਇਹ ਸੁਣ ਕੇ ਬਾਬਾ ਅਮਰਦਾਸ ਜੀ ਬੜੇ ਪ੍ਰਸੰਨ ਹੋਏ ਨੇ। ਲੈਨ ਹੇਠ ਉੱਠ ਚੱਲੇ ਅਗਾਰੀ, ਦਰਸ਼ਨ ਮਿਲੇ ਛੁਟਿਓ ਦ੍ਰਿਗ ਬਾਰੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲੈਣ ਵਾਸਤੇ ਬਾਬਾ ਅਮਰਦਾਸ ਜੀ ਇੱਕਦਮ ਉੱਠੇ, ਨੰਗੇ ਪੈਰੀ ਭੱਜਦੇ ਹੋਏ ਅੱਗੋਂ ਦੀ ਗਏ, ਜਾ ਕੇ ਦਰਸ਼ਨ ਕੀਤੇ। ਔਰ ਦਰਸ਼ਨ ਕਰਦਿਆਂ ਨਾਲ ਅੱਖਾਂ ਦੇ ਵਿੱਚੋਂ ਜਿਵੇਂ ਨਦੀ ਦਾ ਪ੍ਰਵਾਹ ਚੱਲਦਾ ਹੈ, ਇਵੇਂ ਨੀਰ ਚੱਲ ਗਿਆ। ਕੇਤਕ ਦੂਰ ਆਗਮਨ ਆਏ, ਦਰਸ਼ਨ ਦੇਖੇ ਤਨ ਪੁਲਕਾਏ। ਕਹਿੰਦੇ ਦੂਰ ਤੋਂ ਹੀ ਦਰਸ਼ਨ ਵੇਖ ਕੇ ਅੱਖਾਂ ਦੇ ਵਿੱਚੋਂ ਨੀਰ ਦੀ ਝੜੀ ਲੱਗ ਗਈ ਸੀ। ਜਦੋਂ ਸਤਿਗੁਰੂ ਜੀ ਕੁਝ ਨੇੜੇ ਆਏ, ਸਾਹਮਣੇ ਆਏ, ਦਰਸ਼ਨ ਕੀਤੇ। ਬੋਲਿਓ ਜਾਏ ਨਾ ਗਦ ਗਦ ਬਾਨੀ, ਹਾਥ ਜੋਰ ਕਰ ਦੂਸ਼ਣ ਠਾਨੀ। ਬਾਬਾ ਅਮਰਦਾਸ ਜੀ ਦੇ ਅੰਦਰ ਪ੍ਰੇਮ ਇੰਨਾ ਸੀ, ਪ੍ਰੇਮ ਦੇ ਵਿੱਚ ਵਿਰਾਗ ਇੰਨਾ ਆ ਗਿਆ। ਹੱਥ ਜੋੜੇ ਨਮਸਕਾਰ ਕੀਤੇ, ਗਲਾ ਪਾ ਰਿਹਾ ਕਿ ਸਤਿਗੁਰੂ ਜੀ ਆਪ ਚੱਲ ਕੇ ਆਏ ਨੇ ਦਰਸ਼ਨ ਦੇਣ ਵਾਸਤੇ। ਮੁੱਖ ਤੋਂ ਕੁਝ ਬੋਲੇ ਨਹੀਂ ਗਿਆ, ਕੇਵਲ ਹੱਥ ਜੋੜ ਕੇ ਸਾਹਮਣੇ ਖਲੋਗੇ। ਦਾਸ ਦਸਾ ਕੋ ਦੇਖ ਕਿਰਪਾਲਾ, ਕਰ ਸੋ ਕਰ ਗਏ ਕਰ ਤਿਸ ਕਾਲਾ। ਆਪਣੇ ਸੇਵਕ ਦੀ ਇਹ ਹਾਲਤ ਤੇ ਦਸ਼ਾ ਵੇਖ ਕੇ ਕਿਰਪਾਲੂ ਸਤਿਗੁਰੂ ਜੀ ਨੇ ਦੋਵਾਂ ਹੱਥਾਂ ਦੇ ਨਾਲ ਉਹਦੇ ਬਾਬਾ ਅਮਰਦਾਸ ਜੀ ਦੇ ਹੱਥ ਫੜੇ। ਭਰਿਓ ਅੰਕ ਨਿਜ ਕਰੇ ਲਗਾਇਓ, ਬਹੁ ਪ੍ਰਕਾਰ ਕੋ ਸੋ ਜਸ ਅਲਾਇਓ। ਹੱਥ ਫੜ ਕੇ ਧੰਨ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਘੁੱਟ ਕੇ ਆਪਣੇ ਗਲੇ ਨਾਲ ਲਾਇਆ। ਫਿਰ ਬਾਬਾ ਅਮਰਦਾਸ ਜੀ ਦੇ ਗੁਰੂ ਸਾਹਿਬ ਜੀ ਨੇ ਆਪ ਸਿਫਤ ਕੀਤੀ। ਧੰਨ ਜਨਮ ਤੇਰੋ ਜਗ ਭਇਓ, ਪ੍ਰੇਮ ਵਿਸਾਲ ਮੋਹਿ ਬਸ ਗਇਓ। ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਪੁਰਖਾ ਤੇਰਾ ਜਨਮ ਧੰਨ ਹੈ, ਤੇਰਾ ਸੰਸਾਰ ਤੇ ਆਉਣਾ ਧੰਨ ਹੈ। ਤੂੰ ਇੰਨਾ ਪ੍ਰੇਮ ਕੀਤਾ ਕਿ ਤੇਰੇ ਪ੍ਰੇਮ ਨੇ ਸਾਨੂੰ ਇੱਥੇ ਖਿੱਚ ਲਿਆਂਦਾ ਹੈ। ਜਹਾਂ ਆਰਾਧੈ ਕਰਕੇ ਪ੍ਰੇਮ, ਤਹਿ ਮੈਂ ਪਹੁੰਚੋ ਇਹ ਮਮ ਨੇਮ। ਤੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਭਾਈ ਪੁਰਖਾ ਤੂੰ ਤਾਂ ਸਾਡਾ ਹੈ ਹੀ ਖਾਸ ਰੂਪ।
ਸਾਨੂੰ ਤਾਂ ਕੋਈ ਵੀ ਇੰਨੇ ਪ੍ਰੇਮ ਦੇ ਨਾਲ ਯਾਦ ਕਰੇ, ਸਿਮਰਨ ਕਰੇ, ਚੇਤੇ ਵਿੱਚ ਲੈ ਕੇ ਆਵੇ, ਅਸੀਂ ਤਾਂ ਉੱਥੇ ਪਹੁੰਚਨੇ ਹਾਂ। ਆਜ ਬੈਠ ਕਰ ਤੋਹੇ ਅਰਾਧਿਓ, ਆਇਓ ਤੁਰਤ ਪ੍ਰੇਮ ਤੇ ਬਾਧਿਓ। ਦੇਖੋ ਅੱਜ ਤੁਸੀਂ ਅਰਾਧਿਆ, ਤੁਸੀਂ ਸਿਮਰਨ ਕੀਤਾ, ਤੇ ਪੁਰਖਾ ਉਸ ਸਿਮਰਨ ਕਰਕੇ, ਪ੍ਰੇਮ ਕਰਕੇ ਅਸੀਂ ਤੁਰਤ ਪ੍ਰੇਮ ਦੇ ਵਿੰਨੇ ਹੋਏ ਤੁਹਾਡੇ ਕੋਲ ਆ ਗਏ। ਮੋਤੇ ਰਹਿਓ ਜਾਤ ਤਬ ਨਾਹੀ, ਪ੍ਰੇਮ ਸਮੇਤ ਧਿਆਏ ਮਨ ਮਾਹੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਫਿਰ ਸਾਡੇ ਤੋਂ ਨਹੀਂ ਰੁਕਿਆ ਜਾਂਦਾ, ਸਾਡੇ ਤੋਂ ਨਹੀਂ ਰਿਹਾ ਜਾਂਦਾ। ਜਦੋਂ ਇੰਨੇ ਪ੍ਰੇਮ ਦੇ ਨਾਲ ਕੋਈ ਵੀ ਸਿਮਰਨ ਕਰੇ, ਕੋਈ ਵੀ ਸਾਨੂੰ ਚੇਤੇ ਕਰੇ, ਫਿਰ ਸਾਡੇ ਤੋਂ ਨਹੀਂ ਰੁਕਿਆ ਜਾਂਦਾ। ਤੋਵੇ ਹਿਤਕਾਰ ਆਇਓ ਹਿਤ ਔਰ, ਚਲੋ ਦਿਖਾਵੋ ਆਪਣੀ ਠੌਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਪੁਰਖਾ ਸਿਰਫ ਤੁਹਾਡੇ ਕਰਕੇ ਆਇਆ, ਚਲੋ ਵਿਖਾਓ, ਸਥਾਨ ਵਿਖਾਓ ਜਿਹੜੇ ਘਰ ਬਣਾਏ ਨੇ, ਨਗਰ ਬਣਾਇਆ ਹੈ। ਹਾਥ ਗਏ ਆਗੇ ਤਬ ਚੱਲੇ, ਕਰੇ ਦਿਖਾਵਨ ਕੀਣ ਸੋ ਭਲੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਿਗੁਰੂ ਜੀ ਦਾ ਹੱਥ ਫੜਿਆ ਹੈ, ਧੰਨ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਦਾ ਹੱਥ ਫੜਿਆ ਹੈ। ਸਤਿਗੁਰੂ ਜੀ ਨਾਲ ਨਾਲ ਚੱਲ ਪਏ ਨੇ, ਤੇ ਜਿਹੜੇ ਘਰ ਬਣਾਏ ਨੂੰ ਸਾਰੇ ਘਰ ਵਿਖਾਉਣ ਲੱਗੇ। ਭਲੇ ਪ੍ਰਕਾਰ ਹੇਰ ਘਰ ਸਾਰੇ, ਬਹੁਰ ਬਿਪਾਸਾ ਤੀਰ ਸਿਧਾਰੇ। ਜਿੰਨੇ ਘਰ ਬਣਾਏ ਸਨ ਉਹ ਸਾਰੇ ਧੰਨ ਗੁਰੂ ਅੰਗਦ ਦੇਵ ਜੀ ਨੇ ਵੇਖੇ। ਬਿਆਸ ਦਰਿਆ ਦਾ ਕਿਨਾਰਾ ਦੇਖਿਆ, ਅਮਰਦਾਸ ਆਪਣੇ ਸੰਗ ਲੀਨੇ, ਜਾਏ ਕੂਲ ਪਾਰ ਗੁਰੂ ਅਸੀਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਦਰਿਆ ਦਾ ਕਿਨਾਰਾ ਬੜਾ ਹੀ ਸ਼ੋਭਨੀਕ ਹੈ। ਧੰਨ ਬਾਬਾ ਅਮਰਦਾਸ ਜੀ ਦਾ ਹੱਥ ਫੜਿਆ, ਜਾ ਕੇ ਦਰਿਆ ਦੇ ਕਿਨਾਰੇ ਉੱਤੇ ਬੈਠ ਗਏ ਨੇ। ਅਪਰਦਾਸ ਨਹਿ ਪਾਸ ਤਿਥਾਈ, ਇੱਕ ਸ੍ਰੀ ਅਮਰ ਕੇ ਆਪ ਗੁਸਾਈ। ਬਾਕੀ ਜਿੰਨੇ ਸੇਵਕ ਸਨ, ਸਿੱਖ ਸਨ, ਉਹਨਾਂ ਸਾਰਿਆਂ ਨੂੰ ਕਹਿ ਦਿੱਤਾ, ਭਈ ਤੁਸੀਂ ਰੁਕੋ। ਬਸ ਉਸ ਕਿਨਾਰੇ ਤੇ ਕੇਵਲ ਧੰਨ ਗੁਰੂ ਅੰਗਦ ਦੇਵ ਜੀ ਨੇ, ਤੇ ਜਾਂ ਦੂਜੇ ਉਹਨਾਂ ਦੇ ਨਾਲ ਬਾਬਾ ਅਮਰਦਾਸ ਜੀ ਨੇ। ਸਲਤਾ ਕੂਲ ਸਥਿਤ ਕੋ ਜਾਨ, ਲਾਪਤ ਪ੍ਰਾਪਤ ਭਾਤ ਸਥਾਨ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਇਸ ਨਦੀ ਦੇ ਦਰਿਆ ਦੇ ਕਿਨਾਰੇ ਬੈਠ ਕੇ ਵੇਖਦੇ ਨੇ ਕਿ ਇਹ ਜਿਹੜਾ ਰਸਤਾ ਹੈ, ਲਾਪਤ ਪ੍ਰਾਪਤ ਭਾਤ ਸਥਾਨ। ਲਾਪਤ ਦਾ ਭਾਵ ਕਿ ਲਾਹੌਰ ਨੂੰ ਜਾਣ ਵਾਲਾ ਰਸਤਾ ਹੈ। ਸਲਤਾ ਕੂਲ ਬਸਾਇਓ ਪੁਰਖੋ, ਧਰਿਓ ਅਨੁਗ੍ਰਹੋ ਆਪਣੇ ਉਰਕੋ। ਤੇ ਨਾਲੇ ਸਤਿਗੁਰੂ ਜੀ ਕਹਿੰਦੇ ਨੇ, ਪੁਰਖਾ ਇਹ ਬਿਲਕੁਲ ਦਰਿਆ ਦੇ ਅਨੁਕੂਲ, ਜਿੰਨਾ ਸੋਹਣਾ ਦਰਿਆ ਹੈ, ਓਨਾ ਸੋਹਣਾ ਕੰਢਾ, ਓਨਾ ਸੋਹਣਾ ਉੱਚਾ ਥਾਂ ਹੈ, ਤੇ ਓਨੇ ਪ੍ਰੇਮ ਦੇ ਨਾਲ ਪ੍ਰੇਮ ਨੂੰ ਅੰਦਰ ਧਾਰਨ ਕਰਕੇ ਤੁਸੀਂ ਇਹ ਨਗਰ ਨੂੰ ਬਣਾਇਆ ਹੈ। ਸਤ ਸੰਗਤ ਸਿਮਰੈ ਸਤਨਾਮੂ, ਕਰੇ ਇਸ਼ਨਾਨ ਸੋ ਜਲ ਅਬਰਾਮੂ। ਸਤਿਗੁਰੂ ਜੀ ਕਹਿੰਦੇ ਇੱਥੇ ਧਰਮਸ਼ਾਲਾ ਬਣੇਗੀ, ਸੰਗਤ ਆਏਗੀ, ਸਤ ਸੰਗਤ ਹੋਏਗੀ। ਸਤ ਸੰਗਤ ਦੇ ਵਿੱਚ ਬੈਠ ਕੇ ਸਿੱਖ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਗੇ, ਇਸ ਦਰਿਆ ਤੇ ਇਸ਼ਨਾਨ ਕਰਨਗੇ। ਸਲਤਾ ਸਫਲ ਹੋਏ ਪਗ ਪਰਸੇ, ਮੈਂ ਪੇਰਾਵਰ ਕੇ ਪਗ ਦਰਸੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਅਮਰਦਾਸ ਜੀ ਦੀ ਸਿਫਤ ਕਰਦੇ ਨੇ ਕਿ ਥਾਂ ਬੜੀ ਸੋਹਣੀ, ਬਣਾਈ ਬੜੀ ਸੋਹਣੀ ਹੈ। ਤੇ ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ, ਸਤਿਗੁਰੂ ਜੀ ਮੈਂ ਵੱਡੇ ਭਾਗਾਂ ਵਾਲਾ ਹਾਂ ਕਿ ਆਪ ਜੈਸਾ ਗੁਰੂ ਮੈਨੂੰ ਮਿਲਿਆ ਹੈ, ਤੁਹਾਡੇ ਚਰਨਾਂ ਦੇ ਦਰਸ਼ਨ ਕੀਤੇ ਨੇ। ਸੰਗਤ ਮਹਿ ਪ੍ਰਸਾਦ ਵਰਤੈ ਹੈ, ਸਭ ਤੇ ਆਗੇ ਜਲ ਮੈਂ ਦਹਿ। ਹੁਣ ਇੱਥੇ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਉਹ ਗੁਰੂ ਅੰਗਦ ਦੇਵ ਜੀ ਦੇ ਨਾਲ ਨੇ, ਤੇ ਗੁਰੂ ਅੰਗਦ ਦੇਵ ਜੀ ਸਿਫਤਾਂ ਕਰਦੇ ਹੋਏ ਕਹਿੰਦੇ ਨੇ, ਭਾਈ ਸੰਗਤ ਆਏਗੀ, ਇੱਥੇ ਕੜਾ ਪ੍ਰਸ਼ਾਦ ਦੀ ਦੇਗ ਬਣੇਗੀ,
ਤੇ ਜਦੋਂ ਸੰਗਤ ਵਿੱਚ ਦੇਗ ਵਰਤਾਈ ਜਾਏਗੀ ਵਿੱਚ ਗੁਰੂ ਆਪ ਹੋਵੇਗਾ। ਹਾਥ ਜੋਰ ਸ੍ਰੀ ਅਮਰ ਉਚਾਰੇ ਤਿਮ ਹੋਏ ਜਥਾ ਰਜਾਏ ਤੁਮਾਰੇ। ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਜਿਵੇਂ ਆਪ ਜੀ ਦੀ ਰਦਾ ਹੈ, ਜਿਵੇਂ ਆਪ ਜੀ ਦਾ ਹੁਕਮ ਹੈ, ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ। ਸੰਗਤ ਵੀ ਦੋਵੇਂ ਟਾਈਮ ਹੋਵੇਗੀ, ਕੜਾਹ ਪ੍ਰਸ਼ਾਦ ਦੀ ਦੇਗ ਵੀ ਦੋਵੇਂ ਟਾਈਮ ਵਰਤੇਗੀ। ਬਹੁਰ ਵਿਦਾ ਹੋਏ ਵਿਦਾ ਪਤਹਾਰਾ ਸ੍ਰੀ ਅੰਗਦ ਤਬ ਬਾਪ ਉਚਾਰਾ। ਕਹਿੰਦੇ ਫਿਰ ਉਸ ਦਰਿਆ ਦੇ ਕੰਢੇ ਤੋਂ ਵਿਦਾ ਹੋਏ ਉੱਠ ਕੇ ਵਾਪਸ ਆਏ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਬਾਬਾ ਅਮਰਦਾਸ ਜੀ ਨੂੰ ਬਚਨ ਕਹੇ, ਇਹ ਸਫਰੇ ਕਰ ਤਿਆਰ ਮੰਗਾਵੋ ਤੂਰਨ ਕਰਕੇ ਇਹਾਂ ਲਿਆਵੋ। ਉਤੋਂ ਦੂਰ ਇੱਕ ਸਿੱਖ ਬੁਲਾਇਓ ਤਿਸ ਦੇ ਘਰ ਨਗਰ ਬਿਠਾਇਓ। ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਬਚਨ ਕੀਤੇ, ਭਾਈ ਸਾਹਮਣੇ ਉਹ ਸਿੱਖ ਹੈ ਪਿੰਡ ਦੇ, ਇੱਥੋਂ ਦਾ ਕੋਈ ਵਾਸੀ ਹੈ, ਉਹਨੂੰ ਬੁਲਾਓ। ਔਰ ਉਹਨੂੰ ਬੁਲਾ ਕੇ ਫਿਰ ਬਚਨ ਕਹੇ ਕਿ ਇਹ ਸਫਰੇ ਕਰ ਤਿਆਰ ਮੰਗਾਵੋ ਤੂਰਨ ਕਰਕੇ ਇਹਾਂ ਲਿਆਵੋ। ਕਿ ਦੇਖੋ ਇਸ ਦਰਿਆ ਦੇ ਵਿੱਚ ਮੱਛੀ ਹੈ, ਉਸ ਮੱਛੀ ਨੂੰ ਫੜ ਕੇ ਲਿਆਓ। ਕਹਿੰਦੇ ਲਿਆਇਓ ਤੁਰਤ ਤਿਆਰ ਕਰ ਸੋਈ ਦਾਲ ਮਸਾਲੇ ਤਲਕੈ ਭੋਈ। ਇੱਥੇ ਕਵੀ ਰਾਜ ਕਹਿੰਦੇ ਨੇ ਕਿ ਉਸ ਸਿੱਖ ਨੇ ਉਹ ਮੱਛੀ ਫੜੀ, ਉਹਨੂੰ ਤਲ ਕੇ ਲਿਆਇਆ, ਮਸਾਲੇ ਪਾ ਕੇ ਲਿਆਇਆ। ਲੈ ਸ੍ਰੀ ਅਮਰ ਅਗਾਰੇ ਧਰੇ ਸੋਲੇ ਕਰ ਗੁਰ ਖਾਵਣ ਕਰੇ। ਤੇ ਜਦੋਂ ਲਿਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਾਹਮਣੇ ਲਿਆ ਕੇ ਰੱਖੀ। ਕਹਿੰਦੇ ਛਕਣ ਲੱਗੇ ਨੇ। ਉਸ ਦਰਿਆ ਦੇ ਵਿੱਚੋਂ ਫੜੀ ਹੋਈ ਸੀ, ਇੱਕ ਨਾਲ ਦਰਿਆ ਦੀ ਸਿਫਤ ਕਿ ਅਸਲ ਵਿੱਚ ਉਹ ਕੜਾਹ ਪ੍ਰਸ਼ਾਦ ਦੀ ਦੇਗ ਹੈ, ਜਿਹੜਾ ਹੁਕਮ ਧੰਨ ਗੁਰੂ ਅਮਰਦਾਸ ਜੀ ਨੂੰ ਲਾਇਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਦੋਵੇਂ ਵੇਲੇ ਬਣੇਗੀ। ਹੁਣ ਬਣਾਉਣ ਵਾਲੇ ਨੇ ਵੇਖਿਆ ਕਿ ਮੱਛੀ ਹੈ, ਮਸਾਲੇ ਪਾ ਕੇ ਆਪ ਆਪਣੇ ਹੱਥੀਂ ਬਣਾਈ ਹੈ, ਢੱਕ ਕੇ ਲਿਆਇਆ ਹੈ, ਸਾਹਮਣੇ ਰੱਖਿਓ ਕੜਾਹ ਪ੍ਰਸ਼ਾਦ ਦੀ ਦੇਗ ਹੈ। ਮਹਾ ਸਵਾਦ ਇਸ ਆਮਿਕ ਪਹਿਓ ਆਗੇ ਕਬੂ ਨਾ ਐਸੇ ਖਇਓ। ਹੁਣ ਜਿੱਥੇ ਇਹ ਮਛਲੀ ਬਣਾਈ ਆਪਣੇ ਵੱਲੋਂ, ਪ੍ਰਸ਼ਾਦ ਪਹਿਲੋਂ ਵੀ ਕਈ ਵਾਰੀ ਛਕਿਆ ਹੋਏਗਾ, ਜਿੱਥੇ ਧੰਨ ਗੁਰੂ ਅੰਗਦ ਦੇਵ ਨੇ ਛਕਿਆ, ਗੁਰੂ ਅਮਰਦਾਸ ਜੀ ਨੇ ਛਕਿਆ, ਉਹ ਬਣਾਉਣ ਵਾਲਾ ਵੀ ਛਕਦਾ ਹੈ। ਤੇ ਨਾਲੇ ਕਹਿੰਦਾ ਕਿ ਇਵੇਂ ਦਾ ਪਹਿਲੋਂ ਕਦੇ ਨਹੀਂ ਛਕਿਆ ਜਿੰਨਾ ਸਵਾਦ ਇਹਦੇ ਵਿੱਚ ਆਇਆ ਹੈ। ਕਰ ਸ੍ਰੀ ਅਮਰ ਜਾਤ ਚੱਕ ਕੋਏ ਲਿਆਇਓ ਬਰਨ ਆਪ ਹਿਤ ਸੋਈ। ਉਦੋਂ ਕਹਿੰਦੇ ਧੰਨ ਬਾਬਾ ਅਮਰਦਾਸ ਜੀ ਸਿੱਖ ਨੂੰ ਕਹਿੰਦੇ ਨੇ, ਭਾਈ ਇਹ ਪ੍ਰਸ਼ਾਦ ਬਣਿਆ ਪਤਾ ਕਿੱਥੋਂ ਹੈ? ਇਸ ਬਿਆਸ ਦਰਿਆ ਦੇ ਵਿੱਚੋਂ ਜਲ ਲੈ ਕੇ ਬਣਾਇਆ ਹੈ, ਤੇ ਇਹਦਾ ਸਵਾਦ ਵੀ ਉਸੇ ਤਰ੍ਹਾਂ ਦੀ ਹੋਣਾ ਸੀ। ਅਪਰ ਆਹਾਰ ਕੁਸ਼ਕ ਤਹਿ ਖਾਏ ਬਹੁਰ ਉਠੇ ਤਹਿ ਤੇ ਸਮੁਦਾਏ। ਕਹਿੰਦੇ ਫਿਰ ਸੰਗਤ ਵਿੱਚ ਬੈਠ ਕੇ ਕੁਝ ਹੋਰ ਪ੍ਰਸ਼ਾਦਾ ਜਿਹੜਾ ਕੁਝ ਹਾਰ ਛਕੇ, ਉੱਥੋਂ ਸਤਿਗੁਰੂ ਜੀ ਫਿਰ ਉੱਠੇ ਨੇ। ਅਮਰਦਾਸ ਕੋ ਲੈ ਕਰ ਸਾਥ ਆਏ ਦਿਸ ਖਡੂਰ ਜਗਨਨਾਥ। ਧੰਨ ਗੁਰੂ ਅੰਗਦ ਦੇਵ ਜੀ ਨੇ ਉੱਥੇ ਬਾਬਾ ਅਮਰਦਾਸ ਜੀ ਨੂੰ ਨਾਲ ਹੀ ਲਿਆ ਕਿ ਭਾਈ ਚਲੋ ਸਾਡੇ ਨਾਲ ਖਡੂਰ ਸਾਹਿਬ ਚਲੋ। ਸਤਿਗੁਰੂ ਜੀ ਖਡੂਰ ਸਾਹਿਬ ਆ ਗਏ। ਕੇਤਕ ਦਿਨ ਸਮੀਪ ਹੀ ਰਾਖੇ ਜਾਣ ਹਿਰਦੇ ਕੇ ਤਿਨ ਅਬਿਲਾਖੇ। ਕਹਿੰਦੇ ਸ੍ਰੀ ਅਮਰਦਾਸ ਜੀ ਨੂੰ ਕਈ ਦਿਨ ਧੰਨ ਗੁਰੂ ਅੰਗਦ ਦੇਵ ਜੀ ਨੇ ਆਪਣੇ ਨਾਲ ਖਡੂਰ ਸਾਹਿਬ ਹੀ ਰੱਖਿਆ। ਸਭ ਸਮੀਪ ਕੇ ਸੇਵਾ ਕਰੇ ਅਸ਼ਟ ਪਹਿਰ ਸਿਮਰਨ ਉਰ ਧਰੇ। ਤੇ ਧੰਨ ਬਾਬਾ ਅਮਰਦਾਸ ਜੀ ਨਿੱਤ ਦੀ ਤਰ੍ਹਾਂ ਹਰ ਪ੍ਰਕਾਰ ਦੀ ਸੇਵਾ ਕਰਦੇ ਨੇ ਔਰ ਹਰ ਕਿਸੇ ਦੀ ਕਰਦੇ ਨੇ। ਜਿਵੇਂ ਪਹਿਲੋਂ ਕਹਿੰਦੇ ਸਨ ਕਿ ਪੁਰਖ ਇਹ ਕੰਮ ਕਰਦੇ, ਕੋਈ ਵੀ ਸਿੱਖ ਕਹਿੰਦਾ ਕਿ ਇਹ ਸੇਵਾ ਕਰਦੇ, ਸਤ ਬਚਨ ਕਹਿ ਕੇ ਉਸੇ ਤਰ੍ਹਾਂ ਸੇਵਾ ਕਰਦੇ ਨੇ। ਔਰ ਜਿੰਨੇ ਸੇਵਾ ਕਰਦੇ ਨੇ ਉਨਾ ਹੀ ਨਾਲ ਸਿਮਰਨ ਕਰਦੇ ਨੇ। ਦੀਨਸ ਆਇਸ ਬਹੁ ਕਿਰਪਾਲ ਚੱਲ ਆਏ ਤਬ ਗੋਇੰਦਵਾਲ। ਕਈ ਦਿਨ ਰਹਿ ਕੇ ਉੱਥੇ ਫਿਰ ਸੇਵਾ ਕੀਤੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਆਗਿਆ ਦਿੱਤੀ, ਪਾਈ ਜਾਓ।
ਹੁਣ ਆਪਣੇ ਨਗਰ ਆਪਣੇ ਘਰ ਗੋਬਿੰਦਵਾਲ ਸਾਹਿਬ ਜਾਓ, ਆਗਿਆ ਲੈ ਕੇ ਗੋਬਿੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਆ ਗਏ। ਪਾਛਲ ਦਿਸ ਕੋ ਗਮਣੈ ਰਾਹੂ, ਮੁਖ ਰਾਖੈ ਸਤਿਗੁਰੂ ਦਿਸ ਜਾਹੂ। ਔਰ ਜਿਵੇਂ ਬਾਬਾ ਅਮਰਦਾਸ ਜੀ ਪਹਿਲੋਂ ਜਾਂਦੇ ਸਨ ਉਸੇ ਤਰ੍ਹਾਂ ਹੀ ਮੁਖ ਜਿਹੜਾ ਧੰਨ ਗੁਰੂ ਅੰਗਦ ਦੇਵ ਜੀ ਵੱਲੇ ਖਡੂਰ ਸਾਹਿਬ ਵੱਲੇ ਰੱਖਿਆ। ਪਿਛਲੇ ਪੈਰੇ ਚੱਲਦੇ ਗਏ 3 ਕੋਹ ਤੱਕ ਗਏ। 3 ਕੋਸ ਪਾਰ ਮਾਥੋ ਟੇਕ, ਪੁਨਪੁਰ ਦਿਸਮੁਖ ਕੋਸ ਸੋਏਕ। 3 ਕੋਹ ਤੇ ਉਸੇ ਤਰ੍ਹਾਂ ਜਪਜੀ ਸਾਹਿਬ ਦਾ ਭੋਗ ਪਾਇਆ ਗਿਆ। ਭੋਗ ਪਾ ਕੇ ਮੱਥਾ ਟੇਕਿਆ। ਫਿਰ ਧੰਨ ਬਾਬਾ ਅਮਰਦਾਸ ਜੀ ਨੇ ਗੋਬਿੰਦਵਾਲ ਸਾਹਿਬ ਨੂੰ ਮੁੱਖ ਕੀਤਾ ਤੇ ਮੁੱਖ ਕਰਕੇ ਚੱਲਣ ਲੱਗੇ। ਸੋ ਅਬ ਲੋ ਉਹ ਥਾਨ ਸੁਹਾਵਤ, ਬਿਦਤ ਹੈ ਜਗ ਮੈਂ ਸਿੱਖ ਗਾਵਤ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਥਾਂ ਅੱਜ ਵੀ ਸੁਭਾਏਮਨ ਹੈ। ਗੁਰੂ ਘਰ ਬਣਿਆ ਸੰਸਾਰ ਵਿੱਚ ਸਿੱਖਾਂ ਦੇ ਵਿੱਚ ਬੜਾ ਮਸ਼ਹੂਰ ਹੈ ਕਿ ਜਿੱਥੇ ਧੰਨ ਬਾਬਾ ਅਮਰਦਾਸ ਜੀ ਆ ਕੇ 3 ਕੋਹ ਤੇ ਮੱਥਾ ਟੇਕਦੇ ਸਨ। ਗੋਬਿੰਦਵਾਲ ਕੋਸ ਤਿਸ ਥਲ ਤੇ, ਜਹ ਤੇ ਸੁਤੇ ਹੋਏ ਕਰ ਚਲਤੇ। ਉਸ ਥਾਂ ਤੋਂ ਗੋਬਿੰਦਵਾਲ ਸਾਹਿਬ 1 ਕੋਹ ਹੈ। ਦੇਖੋ ਖਡੂਰ ਸਾਹਿਬ ਤੋਂ ਜਿੱਥੋਂ ਤੱਕ ਆਉਂਦੇ ਨੇ 3 ਕੋਹ ਚੱਲ ਕੇ ਆਉਂਦੇ ਨੇ ਪੁੱਠੇ ਪੈਰੀ। 1 ਕੋਸ ਤੋਂ ਅੱਗੇ ਹੋਰ ਗੋਬਿੰਦਵਾਲ ਸਾਹਿਬ ਹੈ। ਉੱਥੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਨੂੰ ਮੱਥਾ ਟੇਕਣ ਤੋਂ ਬਾਅਦ ਬਾਬਾ ਅਮਰਦਾਸ ਜੀ ਫਿਰ ਸਿੱਧਾ ਮੂੰਹ ਕਰਕੇ 1 ਕੋਸ ਸਿੱਧੇ ਮੂੰਹ ਚੱਲਦੇ ਨੇ। ਨਿਸ ਮਹਿ ਸਦਨ ਰਹੇ ਗੁਰ ਆਇਸ, ਦਿਨ ਮੈਂ ਦਰਸੇ ਤਹਾਂ ਸਿਧਾਇਸ। ਗੁਰੂ ਦੀ ਆਗਿਆ ਲੈ ਕੇ ਬਾਬਾ ਅਮਰਦਾਸ ਜੀ ਆਉਂਦੇ ਨੇ। ਸ਼ਾਮ ਨੂੰ ਰਾਤ ਨੂੰ ਗੋਬਿੰਦਵਾਲ ਸਾਹਿਬ ਆ ਕੇ ਰੁਕਦੇ ਨੇ ਔਰ ਸਵੇਰੇ ਅੰਮ੍ਰਿਤ ਵੇਲੇ ਇੱਥੋਂ ਜਲ ਲੈ ਜਾਂਦੇ ਨੇ। ਫਿਰ ਖਡੂਰ ਸਾਹਿਬ ਚਲੇ ਜਾਂਦੇ ਨੇ, ਸ਼ਾਮ ਤੱਕ ਖਡੂਰ ਸਾਹਿਬ ਰਹਿੰਦੇ ਨੇ। ਇਸੇ ਪ੍ਰਕਾਰ ਕਿਤਕ ਦਿਨ ਬੀਤੇ, ਪਰਮ ਪ੍ਰਸੰਨ ਗੁਰੂ ਕਰ ਲਿੱਤੇ। ਕਹਿੰਦੇ ਇਸੇ ਦਿਨ ਇਸੇ ਤਰ੍ਹਾਂ ਕਈ ਦਿਨ ਬਤੀਤ ਹੋ ਗਏ। ਧੰਨ ਬਾਬਾ ਅਮਰਦਾਸ ਜੀ ਸਵੇਰੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਜਲ ਲੈ ਕੇ ਪਹੁੰਚ ਜਾਣਾ ਖਡੂਰ ਸਾਹਿਬ। ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲੋਂ ਗੋਬਿੰਦਵਾਲ ਸਾਹਿਬ ਆ ਜਾਣਾ। ਸੇਵਾ ਕਰਕੇ ਬਾਬਾ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਬੜਾ ਹੀ ਪ੍ਰਸੰਨ ਕੀਤਾ। ਪਰਮ ਪ੍ਰਸੰਨ ਗੁਰੂ ਕਰ ਲਿੱਤੇ। ਦੇਖੋ ਇੱਕ ਤਾਂ ਖੁਸ਼ ਕਰਨਾ ਹੁੰਦਾ ਹੈ, ਪਰ ਇੱਕ ਹੁੰਦਾ ਕਿ ਬੜਾ ਹੀ ਖੁਸ਼ ਕੀਤਾ, ਪਰਮ ਪ੍ਰਸੰਨ ਕੀਤਾ। ਪ੍ਰੇਮ ਸਹਿਤ ਬਨ ਨਮਰ ਵਿਸਾਲਾ, ਸੇਵੇਂ ਚਰਨ ਕਮਲ ਸਭ ਕਾਲਾ। ਕਿਉਂਕਿ ਧੰਨ ਬਾਬਾ ਅਮਰਦਾਸ ਜੀ ਉਹਨਾਂ ਦੇ ਅੰਦਰ ਪ੍ਰੇਮ ਬੜਾ ਹੈ, ਨਿਮਰਤਾ ਬੜੀ ਹੈ। ਸਨਿਮਰ ਹੋ ਕੇ ਗੁਰੂ ਸਾਹਿਬ ਦੀ ਹਰ ਵੇਲੇ ਸੇਵਾ ਕਰਦੇ ਨੇ। ਸ੍ਰੀ ਅੰਗਦ ਸਭ ਗੁਣ ਕੇ ਧਾਮ, ਸਦਾ ਸੁਸ਼ੀਲ ਪਰਮ ਨਿਹਕਾਮ। ਤੇ ਜਿਹੜੇ ਗੁਰੂ ਦੀ ਸੇਵਾ ਬਾਬਾ ਅਮਰਦਾਸ ਜੀ ਕਰਦੇ ਨੇ, ਕਹਿੰਦੇ ਉਹ ਗੁਰੂ ਧੰਨ ਗੁਰੂ ਅੰਗਦ ਦੇਵ ਜੀ, ਉਹ ਤੇ ਗੁਣਾਂ ਦੀ ਖਾਨ ਨੇ, ਗੁਣਾਂ ਦੇ ਕਾਰਨ ਨੇ, ਬੜੇ ਸੁਸ਼ੀਲ ਨੇ ਤੇ ਪੂਰਨ ਤੌਰ ਤੇ ਕਾਮਨਾ ਤੋਂ ਰਹਿਤ ਨੇ। ਇਹ ਸਾਰੀ ਸੇਵਾ ਪਹਿਲੋਂ ਉਹਨਾਂ ਨੇ ਆਪ ਕੀਤੀ, ਕਮਾਈ। ਧੰਨ ਗੁਰੂ ਅੰਗਦ ਦੇਵ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ। ਭਗਤ ਰੂਪ ਧਾਰ ਜਗਤ ਦਿਖਾਇਓ, ਹਰਖ ਨਾ ਸ਼ੋਕ ਨਾ ਕਬ ਉਰੇ ਆਇਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਤੇ ਆਪ ਹੀ ਭਗਤੀ ਦਾ ਰੂਪ ਨੇ। ਜਿਵੇਂ ਭਗਤੀ ਨੇ ਹੀ ਸਰੀਰ ਧਾਰਨ ਕੀਤਾ ਹੈ, ਭਗਤੀ ਤੇ ਸੇਵਾ ਜਿਵੇਂ ਉਹਨਾਂ ਨੇ ਕੀਤੀ, ਕਹਿੰਦੇ ਉਹਨਾਂ ਦੇ ਨੇੜੇ ਹਰਖ ਸ਼ੋਕ ਕਦੇ ਆਇਆ ਹੀ ਨਹੀਂ। ਆਪਣੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਗੱਲ ਲੈ ਕੇ ਆਏ ਨਹੀਂ। ਮਾਨ ਅਮਾਨ ਸਮਾਨ ਮਹਾਨੇ, ਰਾਗ ਨਾ ਦਵੈਖ ਕਿਸੇ ਸੋ ਠਾਨੇ। ਕਹਿੰਦੇ ਇੰਨੇ ਨਿਸ਼ਕਾਮ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ ਕਿ ਕੋਈ ਆਵੇ, ਕੋਈ ਆ ਕੇ ਮੱਥਾ ਟੇਕੇ, ਕੋਈ ਭੇਟਾ ਲੈ ਕੇ ਆਵੇ, ਕੋਈ ਆਵੇ ਨਾ ਆਵੇ। ਬਿਲਕੁਲ ਕੋਈ ਮਾਣ ਕਰੇ, ਕੋਈ ਸਮਾਨ ਕਰੇ, ਭਾਵੇਂ ਕੋਈ ਅਪਮਾਨ ਵੀ ਕਰ ਜੇ, ਗੁਰੂ ਬਣਨ ਤੋਂ ਬਾਅਦ ਵੀ ਇੱਕੋ ਜਿਹੇ ਜਾਣਦੇ ਨੇ। ਉਹਨਾਂ ਦੇ ਅੰਦਰ ਕੋਈ ਰਾਗ ਨਹੀਂ, ਕੋਈ ਦਵੈਸ਼ ਨਹੀਂ, ਕਿਸੇ ਨਾਲ ਖਾਸ ਪ੍ਰੇਮ ਨਹੀਂ ਤੇ ਕਿਸੇ ਨਾਲ ਕਿਸੇ ਤਰ੍ਹਾਂ ਦੇ ਵਿਸ਼ੇਸ਼ ਤੌਰ 'ਤੇ ਈਰਖਾ ਨਹੀਂ।
ਅਹੰਗ ਬ੍ਰਹਮ ਨਿਸ਼ਚਲ ਬ੍ਰਿਤਯੰਤਰ, ਨਿਜ ਸਰੂਪ ਸੋ ਲੱਗੇ ਨਿਰੰਤਰ। ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨਿਤ ਆਪਣੇ ਨਿਜ ਸਰੂਪ ਦੇ ਵਿੱਚ ਲੀਨ ਰਹਿੰਦੇ ਨੇ। ਜਿਸ ਕੋ ਸੁਆ ਵਿਕਾਰ ਨ ਕੋਈ, ਪਹੁੰਚੇ ਮਨ ਬਾਣੀ ਨਹਿ ਦੋਈ। ਕਹਿੰਦੇ ਉਸ ਨਿਜ ਸਰੂਪ ਦੇ ਵਿੱਚ ਜਿੱਥੇ ਆਪ ਪਰਮੇਸ਼ਰ ਹੈ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੁੰਦਾ, ਜਿੱਥੇ ਪਹੁੰਚੇ ਮਨ ਬਾਣੀ ਨਹਿ ਦੋਈ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਬੋਲ ਵੀ ਨਹੀਂ ਪਹੁੰਚਦਾ, ਜਿੱਥੋਂ ਤੱਕ ਮਨ ਦੀ ਪਹੁੰਚ ਵੀ ਨਹੀਂ। ਮਨ ਦੀ ਪਹੁੰਚ ਬੜੀ ਦੂਰ ਤੱਕ ਹੈ। ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾ ਸਕਦਾ ਹੈ। ਇੱਕ ਖਿਣ ਦੇ ਵਿੱਚ ਕਿੱਥੋਂ ਕਿੱਥੋਂ ਜਾ ਕੇ ਆ ਸਕਦਾ ਹੈ। ਪਰ ਉਹ ਨਿਜ ਸਰੂਪ ਜਿੱਥੇ ਰੱਬ ਦਾ ਘਰ ਹੈ, ਕਹਿੰਦੇ ਉੱਥੇ ਮਨ ਦੀ ਵੀ ਪਹੁੰਚ ਨਹੀਂ। ਪਹੁੰਚੇ ਮਨ ਬਾਣੀ ਨਹਿ ਦੋਈ। ਬਾਣੀ ਦਾ ਅਰਥ ਹੈ ਬੋਲ, ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਉੱਥੇ ਨਹੀਂ ਪਹੁੰਚਦੀ। ਜਾਣਨੀਐ ਬੁੱਧ ਕਰਕੇ ਜੋ, ਪਦਮ ਪੱਤਰ ਸਮ ਲੱਭੇ ਨਾ ਸੋ। ਇਹ ਜਾਣਨ ਯੋਗ ਹੈ ਗੱਲ, ਪਰ ਇਹ ਮਤ ਬੁੱਧ ਆਪਣੀ ਅਕਲ ਸਿਆਣਪ ਨਾਲ ਨਹੀਂ ਸਮਝਾਉਣੀ। ਇਹ ਤੇ ਉਸ ਬ੍ਰਹਮ ਦੇ ਵਿੱਚ ਲੀਨ ਹੋ ਕੇ ਗੁਰੂ ਦੀ ਕਿਰਪਾ ਨਾਲ ਹੀ ਸਮਝ ਆਈ। ਜਿਮ ਰਜੂ ਹੈ ਕੀ ਆਧਾਰ, ਤਿਮ ਪ੍ਰਪੰਚ ਇਹ ਤਿਸਹਿ ਮਝਾਰ। ਹੁਣ ਇੱਥੇ ਉਦਾਹਰਨ ਦਿੰਦੇ ਨੇ ਕਿ ਜਿਵੇਂ ਰਜੂ ਰਾਜ, ਇਹ ਜਿਹੜੀ ਰਜੂ ਹੈ, ਰਜੂ ਗੁਣ ਹੈ, ਹੰਕਾਰ ਦਾ ਆਧਾਰ ਹੈ ਨਾ। ਹੰਕਾਰ ਹੈ ਤੇ ਇਹ ਰਜੂ ਗੁਣ ਅੰਦਰ ਪੈਦਾ ਹੁੰਦਾ ਹੈ। ਤਿਮ ਪ੍ਰਪੰਚ ਇਹ ਤਿਸੇ ਮਝਾਰ ਹੈ। ਇਸੇ ਤਰ੍ਹਾਂ ਦਾ ਪ੍ਰਪੰਚ ਇਸ ਸਰੀਰ ਦੇ ਵਿੱਚ ਹੈ ਕਿ ਜਿਵੇਂ ਸੂਰਜ ਆਦ ਜੋਤ ਕੀ ਜੋਤ, ਜਿਸ ਆਲੰਬ ਕਰ ਸਗਲ ਉਦੋਤ। ਜਿਵੇਂ ਸੂਰਜ ਦੀ ਜੋਤੀ ਦੀ ਜੋਤ, ਭਾਵ ਕਿ ਕਿਰਨਾਂ ਸੂਰਜ ਦੀ ਜੋਤ ਨੇ, ਇਹਨਾਂ ਕਿਰਨਾਂ ਨੂੰ ਆਧਾਰ ਕਹਿੰਦਾ ਹੈ ਸੂਰਜ ਦਾ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਨੂੰ ਆਧਾਰ ਕੇਵਲ ਉਸ ਬ੍ਰਹਮ ਦਾ ਹੈ, ਰੱਬ ਦਾ ਹੈ। ਪ੍ਰਗਟ ਵਿਸਾਲ ਜਾਨੀਅਤ ਐਸੇ, ਜਿਸ ਬਿਨ ਫੁਰੇ ਨਿਮੇਖ ਨ ਕੈਸੇ। ਕਿਉਂਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਉਹ ਵਿਸ਼ਾਲ ਰੂਪ ਦੇ ਵਿੱਚ ਪ੍ਰਗਟ ਵੀ ਨੇ। ਇਸ ਤਰ੍ਹਾਂ ਸਮਝਿਆ ਵੀ ਜਾਂਦਾ ਹੈ ਕਿ ਜਿਨ੍ਹਾਂ ਤੋਂ ਬਗੈਰ ਪਲ ਮਾਤਰ ਵੀ ਕੁਝ ਨਹੀਂ ਹੁੰਦਾ, ਕੁਝ ਹੋ ਹੀ ਨਹੀਂ ਸਕਦਾ, ਉਹ ਐਸੀ ਸ਼ਕਤੀ ਦੇ ਮਾਲਕ ਨੇ। ਧੰਨ ਗੁਰੂ ਅੰਗਦ ਦੇਵ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਪਰ ਕਹਿੰਦੇ ਦੁਰਿਓ ਮਹਾਨ ਨਾ ਜਾਣਿਓ ਜਾਏ, ਰੂਪ ਰੰਗ ਕਛ ਹੈਵ ਨਾ ਲਖਾਏ। ਗੁਰੂ ਬਣਨ ਤੋਂ ਬਾਅਦ ਵੀ ਦੁਰਿਓ ਮਹਾਨ ਆਪਣੇ ਆਪ ਨੂੰ ਛੁਪਾ ਕੇ ਰੱਖਿਆ, ਆਮ ਮਨੁੱਖਾਂ ਦੀ ਤਰ੍ਹਾਂ ਰਹਿੰਦੇ ਨੇ। ਔਰ ਬਹੁਤਿਆਂ ਤੋਂ ਜਾਣੇ ਨਹੀਂ ਗਿਆ, ਸਮਝੇ ਹੀ ਨਹੀਂ ਗਿਆ। ਰੂਪ ਰੰਗ ਕੁਛ ਹੈਵ ਨਾ ਲਖਾਏ। ਉਹ ਆਪਣਾ ਕੋਈ ਰੂਪ, ਕੋਈ ਰੰਗ, ਕੋਈ ਵਿਸ਼ੇਸ਼ ਪਹਿਰਾਵਾ ਪਾ ਕੇ ਸਾਰਿਆਂ ਦੇ ਸਾਹਮਣੇ ਨਹੀਂ ਆਏ ਕਿ ਮੈਂ ਗੁਰੂ ਬਣ ਗਿਆ। ਅਚਰਜ ਰੂਪ ਸੋ ਐਸੋ ਹੈ, ਤਿਸ ਕੋ ਨਾਮ ਵਾਹ ਕਰ ਕਹੈ। ਕਹਿੰਦੇ ਬਸ ਐਸਾ ਹੀ ਨਾਮ ਹੁੰਦਾ ਅਚਰਜ ਹੈ। ਅਚਰਜ ਤੋਂ ਵੀ ਪਰੇ ਸ਼ਬਦ ਕੋਈ ਸ਼ਬਦ ਵਰਤੇ ਨਹੀਂ ਜਾਂਦਾ ਕਿ ਜਿਹੜਾ ਧੰਨ ਗੁਰੂ ਅੰਗਦ ਦੇਵ ਜੀ ਨੇ ਵਰਤਿਆ ਜਾਏ। ਬਸ ਤਿਸ ਕੋ ਨਾਮ ਵਾਹ ਕਰ ਕਹੈ, ਉਹਨੂੰ ਤਾਂ ਵਾਹ ਹੀ ਕਿਹਾ ਜਾ ਸਕਦਾ ਹੈ। ਵਾਹ ਗੁਰੂ, ਵਾਹ ਹਾਹੇ ਨੂੰ ਸਿਹਾਰੀ ਹੈ। ਭਾਵੇਂ ਤੇ ਆਮ ਸ਼ਬਦ ਆਪਾਂ ਪੜ੍ਹਨੇ ਹਾਂ, ਬੋਲਦੇ ਹਾਂ ਵਾਹਿਗੁਰੂ, ਪਰ ਇਹ ਸਿਹਾਰੀ ਜਿਹੜਾ ਹੈ ਇਹ ਵਿਆਕਰਨ ਦੇ ਮੁਤਾਬਕ ਕੇਵਲ ਇੱਕ ਵਚਨ ਬਣਾਇਆ ਹੈ। ਉਹ ਇੱਕ ਹੈ ਤੇ ਵਾਹ ਹੈ। ਕੌਣ? ਕਹਿੰਦੇ ਗੁਰੂ। ਵਾਹ ਗੁਰੂ, ਉਹਨਾਂ ਲਈ ਸ਼ਬਦ ਕੇਵਲ ਇਹੀ ਵਰਤਿਆ ਜਾ ਸਕਦਾ ਹੈ। ਗੋ ਤਮ ਜਾੜ ਅਗਿਆਨ ਅਨੰਤ, ਕਰ ਪ੍ਰਕਾਸ਼ ਚੇਤਨ ਤੂੰ ਨਿਤ। ਗੋ ਦਾ ਅਰਥ ਹੁੰਦਾ ਹੈ ਧਰਤੀ, ਗੋ ਦਾ ਅਰਥ ਪ੍ਰਕਾਸ਼ ਵੀ ਕੀਤਾ ਹੈ, ਤਮ ਦਾ ਅਰਥ ਹਨੇਰਾ ਹੈ। ਇਸ ਧਰਤੀ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਜੀ ਆਪ ਪ੍ਰਕਾਸ਼ ਲੈ ਕੇ ਆਏ ਨੇ।
ਐਸੋ ਨਾਮ ਵਾਹਿਗੁਰੂ ਜੋਈ, ਸ੍ਰੀ ਅੰਗਦ ਪੱਪ ਧਰ ਕਰ ਸੋਈ। ਐਸਾ ਨਾਮ ਜਿਹੜਾ ਕੇਵਲ ਕਿਹਾ ਜਾਂਦਾ ਵਾਹਿਗੁਰੂ, ਉਹ ਧੰਨ ਗੁਰੂ ਅੰਗਦ ਦੇਵ ਜੀ ਹੈ। ਜਗਤ ਬਿਖੈ ਬਨ ਭਗਤ ਦਿਖਾਵੈ, ਨਹਿ ਸਰੂਪ ਆਪਣੋ ਬਿਦਤਾਵੈ। ਉਹ ਆਪ ਨਾਰਾਇਣ ਨੇ, ਆਪ ਨਾਰਾਇਣ ਕਲਾ ਧਾਰ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਨੇ। ਪਰ ਫਿਰ ਵੀ ਸੰਸਾਰ ਦੇ ਵਿੱਚ ਉਹ ਇੱਕ ਭਗਤ ਹੋ ਕੇ ਵਿਖਾਈ ਦਿੰਦੇ ਨੇ ਕਿ ਮੈਂ ਤੇ ਆਪ ਭਗਤ ਹਾਂ, ਮੈਂ ਤੇ ਆਪ ਸਿੱਖ ਹਾਂ। ਨਹਿ ਸਰੂਪ ਆਪਣੋ ਬਿਦਤਾਵੇ, ਇੰਨੀਆਂ ਤਾਕਤਾਂ ਦੇ ਮਾਲਕ ਹੋ ਕੇ ਵੀ ਆਪਣਾ ਸਰੂਪ ਕਦੇ ਨਹੀਂ ਪ੍ਰਗਟ ਕਰਦੇ। ਕਰਨੋ ਸਿਮਰਨ ਸ੍ਰੀ ਸਤਨਾਮ, ਉਪਦੇਸ਼ਤ ਜਗ ਕੋ ਬਸ ਧਾਮ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਸਿਮਰਨ ਕਰਦੇ ਨੇ ਤੇ ਸੰਸਾਰ ਦਾ ਉਦਾਹਰਨ ਕਰਨ ਵਾਸਤੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਜੋ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਰੋਜ਼ ਦਿੰਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਆਪ ਜਪੋ ਅਵਰਾ ਨਾਮ ਜਪਾਓ। ਭਈ ਜੇ ਰੱਬ ਨੇ ਦਾਤ ਦੇ ਦਿੱਤੀ, ਜਪਣਾ ਆ ਗਿਆ ਤੇ ਹੋਰਾਂ ਨੂੰ ਵੀ ਜਪਾਓ। ਸਤ ਸੰਗਤ ਸੇਵਨ ਸਿਖਰਾਵੈ, ਭਉ ਭਗਤ ਕੇ ਰੀਤ ਚਲਾਵੈ। ਸਤਿਗੁਰੂ ਜੀ ਸਤ ਸੰਗਤ ਦੇ ਵਿੱਚ ਸੇਵਾ ਕਿਵੇਂ ਕਰਨੀ ਹੈ ਉਹ ਸਿਖਾਉਂਦੇ ਨੇ, ਆਪ ਕਰਦੇ ਨੇ, ਨਾਲ ਲੱਗਦੇ ਨੇ। ਭਉ ਭਗਤ ਦੀ ਰੀਤ ਵਿਖਾਉਂਦੇ ਨੇ ਕਿ ਭਗਤੀ ਪ੍ਰੇਮ ਦੇ ਨਾਲ ਕਿਵੇਂ ਕਰਨੀ ਹੈ। ਸ੍ਰੀ ਪਰਮੇਸ਼ਰ ਕੇ ਹਮਦਾਸ, ਨਿਰਹੰਕਾਰ ਅਲੋਭ ਨਿਰਾਸ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਬੈਠ ਕੇ ਉਪਦੇਸ਼ ਦਿੰਦੇ ਨੇ ਤੇ ਨਾਲੇ ਕਹਿੰਦੇ ਨੇ ਭਾਈ ਅਸੀਂ ਤਾਂ ਉਸ ਪਰਮੇਸ਼ਰ ਦੇ ਦਾਸ ਹਾਂ। ਐ ਨਿਰਹੰਕਾਰ ਹੋ ਕੇ, ਲੋਭ ਤੋਂ ਰਹਿਤ ਹੋ ਕੇ, ਨਿਮਰਤਾ ਵਿੱਚ ਆ ਕੇ ਕਹਿੰਦੇ ਨੇ ਦਾਸ ਨਹੀਂ, ਅਸੀਂ ਤਾਂ ਉਸ ਰੱਬ ਦੇ ਦਾਸਾਂ ਦੇ ਵੀ ਦਾਸ ਹਾਂ। ਪਰਮੇਸ਼ਰ ਭਾਣਾ ਸੁਖ ਭਾਵਨ, ਕਾਇਆ ਤੇ ਹੰਤਾ ਸੋ ਉਠਾਵਣ। ਸਰੀਰ ਦੇ ਹੰਗਤਾ ਬਿਲਕੁਲ ਅੰਦਰੋਂ ਖਤਮ ਕੀਤੀ, ਭਾਵੇਂ ਤਾਕਤਾਂ ਨੇ ਪਰ ਉਹ ਤਾਕਤਾਂ ਜਿਵੇਂ ਅੰਦਰ ਹੁੰਦੀਆਂ ਹੀ ਨਹੀਂ, ਹੁੰਦਿਆਂ ਹੋਇਆਂ ਉਹਨਾਂ ਨੂੰ ਪ੍ਰਗਟ ਨਹੀਂ ਕਰਦੇ। ਬਸ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਹੈ, ਪਰਮੇਸ਼ਰ ਦੇ ਸ਼ੁਕਰ ਵਿੱਚ ਰਹਿਣਾ ਹੈ। ਆਪ ਰਹਿੰਦੇ ਨੇ, ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਨਿਤ ਸੰਤਨ ਕੇ ਸੇਵਾ ਕਰਨੀ, ਸਤ ਸੰਗਤ ਮਹਿ ਚਿਤ ਬ੍ਰਿਤ ਧਰਣੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ ਭਾਈ ਜਪਣ ਵਾਲੇ ਸੰਤ ਜਨਾਂ ਦੀ ਸੇਵਾ ਕਰਿਆ ਕਰੋ, ਸਤ ਸੰਗਤ ਵਿੱਚ ਆ ਕੇ ਬਿਰਤੀ ਨੂੰ ਇੱਕ ਥਾਂ ਤੇ ਰੋਕਿਆ ਕਰੋ। ਆਪਾ ਨਹੀਂ ਜਨਾਵਣ ਕਰਨੋ, ਦਾਸਣ ਦਾਸ ਦਾਸ ਨਿਜ ਬਰਣੋ। ਭਾਈ ਸਿੱਖੋ ਸੰਗਤ ਵਿੱਚ ਆ ਕੇ ਬਰਕਤਾਂ ਮਿਲਦੀਆਂ ਨੇ, ਪਰ ਆਪਾਂ ਨਹੀਂ ਜਨਾਵਣ ਕਰਨੋ। ਜੇ 4 ਦਿਨ ਆ ਗਏ ਤੇ ਫਿਰ ਆਪਣਾ ਆਪ ਵਿਖਾਉਣਾ ਸ਼ੁਰੂ ਨਹੀਂ ਕਰ ਦੇਣਾ ਕਿ ਅਸੀਂ ਹੀ ਮਾਲਕ ਹਾਂ। ਫਿਰ ਆਪਣਾ ਆਪ ਜਨਾਉਣਾ ਨਹੀਂ ਸ਼ੁਰੂ ਕਰ ਦੇਣਾ ਕਿ ਅਸੀਂ ਸਭ ਤੋਂ ਵੱਡੇ ਸੇਵਾਦਾਰ ਹਾਂ। ਔਰ ਸੇਵਾਦਾਰ ਤੋਂ ਅੱਗੇ ਤੇ ਮਾਲਕ ਵੀ ਬਣਦੇ ਨੇ। ਭਾਈ ਸਾਨੂੰ ਪ੍ਰਸ਼ਾਦ ਵੀ ਬਾਹਰ ਗਲੀ ਦੇ ਵਿੱਚ ਦੇ ਕੇ ਜਾਓ, ਕਿਉਂ ਜੇ ਸਾਨੂੰ ਅੰਦਰ ਠੰਡ ਲੱਗਦੀ, ਕਹਿੰਦੇ ਪ੍ਰਸ਼ਾਦ ਬਾਹਰ ਹੀ ਦੇ ਕੇ ਜਾਓ, ਬਾਹਰ ਧੁੱਪ ਹੈ। ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨਹੀਂ ਭਾਈ ਆਪਣਾ ਆਪ ਨਹੀਂ ਜਨਾਉਣਾ। ਦਾਸਣ ਦਾਸ ਦਾਸ ਨਿਜ ਬਰਣੋ। ਜੇ ਸੇਵਾ ਕਰਨੀ ਆ ਗਈ ਤੇ ਫਿਰ ਗੁਰੂ ਦੇ ਜਿਹੜੇ ਦਾਸ ਨੇ ਉਹਨਾਂ ਦੇ ਦਾਸਾਂ ਦਾ ਵੀ ਦਾਸ ਬਣ ਕੇ ਰਹੀ। ਪਰਮ ਪ੍ਰੇਮ ਪਰਮੇਸ਼ਰ ਮਾਹੀ, ਬਿਨਤੇ ਕਰਨ ਸੋ ਮੈਂ ਕੁਛ ਨਾਹੀ। ਪਰਮ ਪ੍ਰੇਮ ਦੇ ਵਿੱਚ ਭਿੱਜ ਕੇ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਭਾਈ ਸਿੱਖੋ ਇਹ ਬੇਨਤੀ ਕਰਨੀ ਹੈ, ਇਹ ਅਰਦਾਸ ਕਰਨੀ ਹੈ ਕਿ ਸੋ ਮੈਂ ਕੁਛ ਨਾਹੀ, ਕਿ ਹੇ ਰੱਬ ਜੀ ਪਰਮੇਸ਼ਰ ਜੀ ਮੈਂ ਕੁਝ ਨਹੀਂ, ਮੇਰੇ ਵਿੱਚ ਕੁਝ ਨਹੀਂ। ਬਾਬਾ ਕਬੀਰ ਜੀ ਤੋਂ ਪਾਵਨ ਬਚਨ ਚੇਤੇ ਰੱਖਣੇ ਨੇ कि कबीर तू करता तू हुआ, मुझ में रहा न हूँ। जब आपा पर का मिट गया, जत देखा तद तू। बस ये चेते रखना कि मैं नहीं, सब तू है।
ਆਪਣੇ ਆਪ ਨੂੰ ਨਹੀਂ ਜਨਾਣਾ, ਹਰ ਥਾਂ ਤੇ ਉਹਨੂੰ ਦੇਖਣਾ ਕਿ ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਸ਼ਬਦ ਗੁਰੂ ਕੇ ਗਾਵਣ ਕਰਨੇ, ਕਿਦੋਂ ਸ਼ਬਦ ਧੁਨ ਸਰੋਣਨ ਧਰਨੇ। ਗੁਰੂ ਕੇ ਸ਼ਬਦਾਂ ਦਾ ਗਾਇਨ ਕਰਨਾ ਹੈ। ਸ਼ਬਦ ਦੀ ਧੁਨ ਜਿਹੜੀ ਗਾਉਣੀ ਹੈ ਆਪਣੇ ਕੰਨਾਂ ਦੇ ਨਾਲ ਆਪ ਸੁਣਨੀ ਵੀ ਹੈ। ਨਿਸ ਦਿਨ ਸਿਮਰੋ ਸ੍ਰੀ ਸਤਨਾਮ, ਦੋਹੇ ਲੋਕਣ ਤੇ ਪੂਰਤ ਕਾਮ। ਕਹਿੰਦੇ ਨਿਸ ਦਿਨ ਦਾ ਅਖਰੀ ਅਰਥ ਵੈਸੇ ਦਿਨ ਰਾਤ ਹੈ, ਤੇ ਇੱਥੇ ਦਿਨ ਰਾਤ ਦਾ ਭਾਵ ਅਰਥ ਹੈ ਹਰ ਵੇਲੇ। ਸਿਮਰਨ ਗੁਰੂ ਦਾ ਰੱਖਣਾ ਹੈ। ਲੋਕ ਦੇ ਪਰਲੋਕ ਦੇ ਸਾਰੇ ਕਾਰਜ ਸੌਰਨਗੇ। ਇਸ ਬਿਦ ਆਪਣੋ ਆਪ ਛਪਾਏ, ਨਹਿ ਕੈਸੇ ਜਗ ਮਹਿ ਬਿਦਤਾਏ। ਕਹਿੰਦੇ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣਾ ਆਪ ਛਪਾ ਕੇ ਰੱਖਿਆ। ਸੰਸਾਰ ਦੇ ਵਿੱਚ ਬਹੁਤੇ ਪ੍ਰਗਟ ਨਹੀਂ ਹੋਏ। ਬਹੁਤਿਆਂ ਨੂੰ ਤੇ ਵੀ ਨਹੀਂ ਪਤਾ ਕਿ ਹਜੇ ਤੱਕ ਕਿ ਧੰਨ ਗੁਰੂ ਅੰਗਦ ਦੇਵ ਜੀ ਗੁਰੂ ਨੇ। ਸੰਗਤ ਆਉਂਦੀ ਹੈ, ਦਰਸ਼ਨ ਕਰਦੀ ਹੈ। ਜਿਹੜੇ ਜਾਣਦੇ ਨੇ ਤੇ ਇਹ ਵੀ ਨਹੀਂ ਪਤਾ ਕਈਆਂ ਨੂੰ ਕਿ ਹਜੇ ਤੱਕ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਇਤਨੀ ਬੇਨਤੀ ਪ੍ਰਵਾਨ ਕਰਨੀ ਆ। ਅਗਲਾ ਅਧਿਆਇ ਕੱਲ੍ਹ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਸ਼ੁਰੂ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।